त्रिवेंद्रम विखे एयरफोर्स विच सार्जेंट की पोस्ट ते तैनात जिला हुशियारपुर के कस्बा मालपुर निवासी जबर जंग सिंह ने विभाग विचों महीने की छुट्टी मिलने ते त्रिवेंद्रम तो मालपुर पंजाब का 32,000 किलोमीटर का सफर 17 दिनों में तय किया। इस मौके हल्का मालपुर दी ਵੱਖ-ਵੱਖ संस्थावां प्रतिनिधियों ਵੱਲੋਂ जबर जंग सिंह ਨੂੰ सम्मानित किया गया। इस मौके दलजीत अजनोहा ਵੱਲੋਂ जबर जंग सिंह नाल विशेष गलबात की गई। सत श्री अकाल दोस्तों, ਤੁਸੀਂ ਦੇਖ ਰਹੇ ਹੋ 7C ਨਿਊਜ਼ ਤੇ ਮੈਂ ਦਲਜੀਤ ਅਜਨੋਹਾ। ਦੋਸਤੋ, ਅਸੀਂ ਅਕਸਰ ਦੇਖਦੇ ਹਾਂ ਕੋਈ ਵੀ ਵਿਅਕਤੀ ਕਿਸੇ ਵੀ ਸਮਾਜ ਦੇ ਨਾਲ ਸੰਬੰਧਿਤ ਹੋਵੇ, ਚਾਹੇ ਉਹ ਕਿਸੇ ਮਿਹਨਤੀ ਵਰਗ ਦੇ ਨਾਲ ਆ, ਚਾਹੇ ਕਿਸੇ ਡਿਪਾਰਟਮੈਂਟ ਦੇ ਆ, ਜਾਂ ਕੋਈ ਵਪਾਰੀ ਵਰਗ ਕਿਸੇ ਵਰਗ ਦਾ ਹੋਵੇ, ਜਦੋਂ ਉਹ ਕੋਈ ਚੀਜ਼ ਠਾਣ ਲਵੇ ਜਾਂ ਉਹ ਤੱਕ ਲਵੇ ਤਾਂ ਉਹਨੂੰ ਪੂਰਨ ਰੂਪ 'ਚ ਪੂਰੇ ਕਰਨ ਲਈ ਹਮੇਸ਼ਾ ਤਤਪਰ ਰਹਿੰਦਾ ਹੈ, ਬਸ਼ਰਤੇ ਕਿ ਉਹਨੂੰ ਪੂਰਾ ਕਰਨ ਲਈ ਉਹ ਆਤਮਿਕ ਤੌਰ 'ਤੇ ਪੂਰੀ ਤਰ੍ਹਾਂ ਤਿਆਰ ਹੋਵੇ। ਸੋ ਅੱਜ ਅਸੀਂ ਗੱਲ ਕਰਾਂਗੇ ਇਸੇ ਲੜੀ ਦੇ ਤਹਿਤ ਇਸੇ ਤਰ੍ਹਾਂ ਦੇ ਵਿਅਕਤੀ ਜਿਹੜੇ 에ਅਰ ਫੋਰਸ ਦੇ ਵਿੱਚ ਸਾਰਜੈਂਟ ਦੀ ਪੋਸਟ 'ਤੇ ਤਾਇਨਾਤ ਨੇ ਅਤੇ ਉਹਨਾਂ ਦੀ ਇਸ ਵੇਲੇ ਜਿਹੜੀ ਪੋਸਟਿੰਗ ਹੈਗੀ ਆ ਤ੍ਰਿਵੇਂਦਰਮ ਦੇ ਵਿੱਚ ਹੈਗੀ, ਅਤੇ ਉਹ ਜ਼ਿਲ੍ਹਾ ਹੁਸ਼ਿਆਰਪੁਰ ਦੇ ਕਸਬਾ ਮਾਲਪੁਰ ਦੇ ਰਹਿਣ ਵਾਲੇ ਨੇ। ਅਤੇ ਪਿਛਲੇ ਦਿਨਾਂ ਨੂੰ ਉਹਨਾਂ ਨੂੰ ਡਿਪਾਰਟਮੈਂਟ ਵੱਲੋਂ ਜਿਹੜੀ ਸਾਲ ਬਾਅਦ ਛੁੱਟੀ ਮਿਲਦੀ ਆ, ਉਹ ਛੁੱਟੀ ਮਿਲੀ ਅਤੇ ਉਹਨਾਂ ਨੇ ਆਪਣੀ ਸੋਚਿਆ ਵੀ ਮੈਂ ਸਾਈਕਲ 'ਤੇ ਜਾਵਾਂਗਾ। ਅਸੀਂ ਕੋਸ਼ਿਸ਼ ਇੱਥੇ ਹੀ ਕਰਦੇ ਹਾਂ, ਇਹ ਨਹੀਂ ਹੈ ਵੀ ਅਸੀਂ ਇਹਨਾਂ ਨੂੰ ਪ੍ਰਮੋਟ ਕਰਦੇ ਹਾਂ ਜਬਰ ਜੰਗ ਸਿੰਘ ਹੋਰੀ ਜਿਹੜੇ ਸਾਰਜਿੰਗ ਤੇ ਪੋਸਟ 'ਤੇ ਤਾਇਨਾਤ ਨੇ। ਕੋਸ਼ਿਸ਼ ਸਾਡੀ ਇਸ ਮੰਚ ਤੋਂ ਇਹ ਹੈ ਵੀ ਇਹ ਬਹੁਤ ਸਾਰੇ ਲੋਕ ਜੋ ਕੁਝ ਕਰਨਾ ਚਾਹੁੰਦੇ ਆ ਪਰ ਉਹ ਕਰ ਨਹੀਂ ਸਕਦੇ, ਪਰ ਇਹੋ ਜਿਹੇ ਲੋਕ ਇਹਨਾਂ ਤੋਂ ਸਿੱਖ ਕੇ ਇਹਨਾਂ 'ਤੇ ਦੇਖ ਕੇ ਉਹ ਆਪਣਾ ਪੂਰਨ ਕਰ ਸਕਦੇ ਆ। ਇਹ ਸਾਡਾ ਇਸ ਗੁਫ਼ਤਗੂ ਦਾ ਜਿਹੜਾ ਉਦੇਸ਼ ਆ। ਸੋ ਅਸੀਂ ਗੱਲ ਕਰਾਂਗੇ ਜਬਰ ਜੰਗ ਸਿੰਘ ਜਿਹੜੇ ਸਾਰਜੈਂਟ ਨੇ। ਜਿਹੜੀ ਤੁਹਾਡੀ ਨੌਕਰੀ ਇਹ ਕਦੋਂ ਤੋਂ ਸ਼ੁਰੂ ਹੋਈ? ਮੇਰੀ ਇਹ ਸ਼ੁਰੂ ਹੋਈ 2001 ਤੋਂ ਜੀ। ਤਾਂ 2007 ਤੋਂ 2001 'ਚ ਤਾਂ ਮੈਂ ਤਿਆਰੀ ਕਰਨੀ ਸ਼ੁਰੂ ਕੀਤੀ ਸੀਗੀ, ਹੌਲੀ ਹੌਲੀ ਮਤਲਬ ਕਿ ਫਿਜ਼ੀਕਲੀ ਤਿਆਰੀ ਜਿਹੜੀ ਹੁੰਦੀ ਆ ਭਰਤੀ ਹੋਣ ਦੇ ਲਈ ਜੀ। ਉਹਦੇ ਬਾਅਦ ਵਿੱਚ 2007 ਦੇ ਵਿੱਚ ਮੈਂ ਟ੍ਰੇਨਿੰਗ ਵਗੈਰਾ ਕੰਪਲੀਟ ਕਰਕੇ ਜੁਆਇਨ ਕਰ ਗਿਆ ਸੀਗਾ। 2007 ਤੋਂ ਲੈ ਕੇ ਹੁਣ ਤੱਕ ਮੈਂ 에ਅਰਫੋਰਸ ਦੇ ਵਿੱਚ ਹੀ ਹਾਂ ਅਤੇ ਹੁਣ ਮੇਰੀ ਪੋਸਟਿੰਗ ਜਿਹੜੀ ਉਹ ਕੇਰਲਾ ਦੀ ਰਾਜਧਾਨੀ ਤ੍ਰਿਵੇਂਦਰਮ ਦੇ ਵਿੱਚ ਆ। ਉੱਥੇ ਮੈਂ ਹੁਣ ਮਈ ਦੇ ਵਿੱਚ ਗਿਆ ਸੀਗਾ, ਤਾਂ ਉੱਥੋਂ ਇਹ ਫਸਟ ਛੁੱਟੀ ਆ ਰਿਹਾ ਸੀਗਾ ਜੀ। ਅਤੇ ਫਸਟ ਛੁੱਟੀ ਮੈਂ ਸਾਈਕਲ 'ਤੇ ਹੀ ਆਇਆ ਹਾਂ ਅਤੇ ਛੁੱਟੀ ਮੇਰੀ ਸ਼ੁਰੂ ਹੋਈ ਸੀਗੀ 17 ਤਰੀਕ ਨੂੰ, ਜਿਸ ਦਿਨ ਮੈਂ ਦੁਪਹਿਰ ਨੂੰ ਨਿਕਲਿਆ ਉੱਥੋਂ ਅਤੇ 3 ਸਤੰਬਰ ਨੂੰ ਰਾਤ ਨੂੰ ਮੈਂ ਘਰ ਪਹੁੰਚ ਗਿਆ ਸੀਗਾ, ਬਿਲਕੁਲ ਸਹੀ ਸਲਾਮਤ ਅਤੇ ਬਿਲਕੁਲ ਮਜ਼ੇ ਨਾਲ। ਸਰ, ਜਿਹੜੀ ਤੁਹਾਡੀ ਜੌਬ ਦੀ ਡਿਊਟੀ ਹੈ ਇਹ ਤੁਹਾਡੀ ਫਸਟ ਛੁੱਟੀ ਹੈ ਜਿਹੜੀ ਇੱਥੇ ਸਾਈਕਲ 'ਤੇ ਆਉਣ ਦੀ? ਹਾਂਜੀ, ਉਸ ਯੂਨਿਟ ਦੀ ਮੇਰੀ ਇਹ ਪਹਿਲੀ ਛੁੱਟੀ ਹੈ ਜੀ। ਹਾਂਜੀ, ਇਸ ਤੋਂ ਪਹਿਲਾਂ ਮੈਂ ਚੰਡੀਗੜ੍ਹ ਸੀਗਾ, ਚੰਡੀਗੜ੍ਹ ਤੋਂ ਪੋਸਟਿੰਗ ਹੋਈ ਸੀਗੀ ਮੇਰੀ ਤ੍ਰਿਵੇਂਦਰਮ, ਉੱਥੋਂ ਮੈਂ ਫਸਟ ਛੁੱਟੀ ਆਇਆ ਇਸ ਸਾਲ ਦੀ। ਸਰ, ਇਹ ਜਿਹੜੀ ਸਾਈਕਲ 'ਤੇ ਆਉਣ ਦੀ ਤਮੰਨਾ ਜਾਂ ਸਾਈਕਲ 'ਤੇ ਆਉਣ ਦਾ, ਪਿੰਡ ਤੱਕ ਆਉਣ ਦੀ ਸੋਚ ਕਿਵੇਂ ਤੁਹਾਡੇ ਦਿਮਾਗ ਦੇ ਵਿੱਚ ਹੈ? ਇਹ ਸੋਚ ਮੇਰੀ ਇਸ ਕਰਕੇ ਆਈ ਆ ਕਿਉਂਕਿ ਨੋਰਮਲੀ ਅਸੀਂ ਸਾਰੇ ਜਾਣੇ ਸੋਚਦੇ ਹਾਂ ਕਿ ਅਸੀਂ ਪੰਜਾਬ ਦੇ ਹਾਂ, ਕੋਈ ਕਹਿੰਦਾ ਮੈਂ ਮਹਾਰਾਸ਼ਟਰ ਦਾ ਹਾਂ, ਤਾਂ ਮੈਂ ਪੂਰੇ ਇੰਡੀਆ ਦੇ ਲੋਕ ਕੇ ਮੈਨੂੰ ਬਿਲਕੁਲ ਨਹੀਂ ਮਿਲਿਆ। ਹਰੇਕ ਸਟੇਟ ਦਾ ਬੰਦਾ ਬਹੁਤ ਵਧੀਆ ਆ ਔਰ ਹਰ ਕੋਈ ਸਾਨੂੰ ਬਹੁਤ ਹੀ ਪਿਆਰ ਦੇ ਨਾਲ ਮਿਲਦਾ ਹੈ। ਕੋਈ ਇੱਦਾਂ ਦਾ ਭੇਦਭਾਵ ਨਹੀਂ ਕੀਤਾ ਕਿ ਮੈਂ ਪੰਜਾਬ ਦਾ ਹਾਂ ਜਾਂ ਮੇਰੇ ਸਾਈਕਲ ਦੇ ਪਿੱਛੇ KL012 PV07 ਲਿਖਿਆ ਹੋਇਆ ਸੀ ਅਤੇ ਮੋਸਟਲੀ ਲੋਕ ਮੈਨੂੰ ਕੇਰਲਾ ਦਾ ਸਮਝਦੇ ਸੀਗੇ। ਪਰ ਜਦੋਂ ਉਹਨਾਂ ਨੂੰ ਪਤਾ ਲੱਗਦਾ ਮੈਂ ਪੰਜਾਬ ਦਾ, ਤਾਂ ਵੀ ਉਹਨਾਂ ਦਾ ਸੇਮ ਹੀ ਰਿਐਕਸ਼ਨ ਸੀਗਾ। ਜਦੋਂ ਉਹਨਾਂ ਨੂੰ ਪਤਾ ਲੱਗਦਾ ਸੀਗਾ ਕਿ ਮੈਂ ਕੇਰਲਾ ਤੋਂ ਆਇਆ, ਉਸ ਵੇਲੇ ਵੀ ਕੋਈ ਭੇਦਭਾਵ ਨਹੀਂ ਸੀ, ਸਾਰੇ ਅਸੀਂ ਇੱਕੋ ਹਾਂ, ਸਾਰੇ ਇੰਡੀਅਨ ਹਾਂ। ਇਹ ਸੀ ਸਰ, ਇਹ ਜਿਹੜੀ ਸਾਈਕਲ ਚਲਾਉਣ ਦੀ ਸੀਗੀ, ਇਹ ਤੁਸੀਂ ਪਹਿਲਾਂ ਵੀ ਡਿਊਟੀ ਦੇ ਦੌਰਾਨ ਕਦੀ ਚਲਾਇਆ ਸਾਈਕਲ ਜਿਹੜਾ ਤੁਸੀਂ ਇੰਨਾ ਲੰਬਾ ਇੱਕਦਮ? ਹਾਂਜੀ, ਇਹ ਮੈਂ ਸਾਈਕਲ ਤਾਂ ਬਚਪਨ ਤੋਂ ਚਲਾਉਂਦੇ ਆਉਂਦੇ ਹਾਂ ਅਸੀਂ, ਅਤੇ ਲੇਕਿਨ ਮੇਨਲੀ ਚੰਡੀਗੜ੍ਹ ਆ ਕੇ ਸਾਈਕਲ ਲਿਆ ਸੀਗਾ MTV। ਉਹਦੇ ਉੱਤੇ ਥੋੜ੍ਹੇ ਇੱਧਰਲੇ ਲੋਕਲ ਰੂਟ ਜਿੱਦਾਂ ਘਰ ਨੂੰ ਆਉਣਾ ਸਾਈਕਲ 'ਤੇ, ਜਾਂ ਚੰਡੀਗੜ੍ਹ ਤੋਂ ਕੁਫਰੀ ਗਏ ਸੀਗੇ ਮੇਰੇ ਦੋਸਤ ਗੌਰਵ ਆ ਉਹਦੇ ਨਾਲ, ਅਤੇ ਚੰਡੀਗੜ੍ਹ ਤੋਂ ਅੰਮ੍ਰਿਤਸਰ ਹਰਿਮੰਦਰ ਸਾਹਿਬ ਗੋਲਡਨ ਟੈਂਪਲ ਬਾਘਾ ਬਾਰਡਰ ਉੱਥੇ ਨਹੀਂ ਗਿਆ ਸੀਗਾ, ਅਤੇ ਘਰ ਨੂੰ ਆਮ ਜਾਂ ਲੋਕਲ ਘੁੰਮਦੇ ਰਹਿਣਾ, ਬਸ ਇੰਨੇ ਤੱਕ ਸੀਗਾ। ਅਤੇ ਇਸ ਤੋਂ ਇਲਾਵਾ ਇਹ ਸਭ ਤੋਂ ਲੰਬੀ ਰਾਈਡ ਮੇਰੀ ਇਹੀ ਸੀਗੀ। ਸਰ, ਜਿਹੜੀ ਪਿੰਡ 'ਚ ਚਲਾਉਣ ਦੀ, ਘਰ 'ਚ ਚਲਾਉਣ ਦੀ ਜਿਹੜੀ ਇੱਕ ਡਿਫਰੈਂਟ ਗੱਲ ਆ, ਐਡਾ ਲੰਬਾ ਜਿਹੜਾ ਹੈ ਇਹ ਤੁਸੀਂ ਇਸ ਵਾਰ ਪਹਿਲੀ ਵਾਰ ਇਹ ਜਿਹੜਾ ਕੀਤਾ? ਹਾਂਜੀ। ਅਤੇ ਉਹ ਜਿਹੜਾ ਤੁਸੀਂ ਲੋਕਲ ਅੰਮ੍ਰਿਤਸਰ ਦਰਬਾਰ ਸਾਹਿਬ ਜਾਂ ਪੰਜਾਬ ਦੇ ਲੋਕਲ ਸਟੇਟਾਂ ਦੇ ਵਿੱਚ ਜਿਹੜਾ ਹੈ ਇਹ ਤੁਸੀਂ ਆਲਰੇਡੀ ਚਲਾਉਂਦੇ, ਇਹ ਜਿਹੜੇ ਹਿਮਾਚਲ 'ਚ ਚਲਾਉਂਦੇ ਰਹੇ। ਸਰ, ਤੁਸੀਂ ਜਿਹੜੀ ਤੁਹਾਡਾ ਆਦੇਸ਼ ਸੀਗਾ, ਤੁਹਾਡੀ ਇੱਕ ਭਾਵਨਾ ਸੀਗੀ ਵੀ ਤੁਸੀਂ 에ਅਰਫੋਰਸ ਦੇ ਰਹਿੰਦੇ ਹੋਏ ਤੁਹਾਨੂੰ ਲੱਗਾ ਵੀ ਲੋਕਾਂ ਦੇ ਵਿੱਚ ਜਿਹੜੀਆਂ ਵੱਖ-ਵੱਖ ਸਟੇਟਾਂ ਦੇ ਵਿੱਚ ਆਮ ਲੋਕਾਂ ਦੇ ਵਿੱਚ ਸ਼ੋਅ ਕੀਤਾ ਜਾਂਦਾ ਹੈ ਵੀ ਬੜਾ ਪਿੰਨ ਪੀਕ ਆ ਜਾਂ ਲੋਕਾਂ ਦੇ ਵਿੱਚ ਬੜੀ ਪ੍ਰੋਬਲਮ ਆ, ਲੋਕ ਕਿਸ ਤਰ੍ਹਾਂ ਦੇ ਰਹਿਣੇ ਵਾਲੇ ਆ। ਤੁਸੀਂ ਇਹ ਜਿਹੜਾ ਤ੍ਰਿਵੇਂਦਰਮ ਤੋਂ ਪੰਜਾਬ ਤੱਕ ਆਏ, ਕਿੰਨੀਆਂ ਸਟੇਟਾਂ ਦੇ ਵਿੱਚ ਤੁਸੀਂ? ਮੈਂ ਸਭ ਤੋਂ ਪਹਿਲਾਂ ਕੇਰਲਾ ਤੋਂ ਸ਼ੁਰੂ ਹੋਇਆ, ਕੇਰਲਾ ਤੋਂ ਤਾਮਿਲਨਾਡੂ ਤੋਂ ਅਸੀਂ ਕਰਨਾਟਕਾ 'ਚ ਐਂਟਰ ਕੀਤੇ,
ਤਮਿਲਨਾਡੂ ਮੇਰੇ 2-3 ਦਿਨ ਲੱਗੇ ਜੀ। ਉਹਦੇ ਬਾਅਦ 'ਚ ਕਰਨਾਟਕਾ ਤੋਂ ਬਾਅਦ ਵਿੱਚ ਆਂਧਰਾ ਪ੍ਰਦੇਸ਼ ਤੋਂ ਬਾਅਦ ਵਿੱਚ ਤੇਲੰਗਾਨਾ ਤੋਂ ਮਹਾਰਾਸ਼ਟਰ ਤੋਂ MP ਮੱਧ ਪ੍ਰਦੇਸ਼, MP ਤੋਂ ਫਿਰ ਉੱਥੇ ਦਾ ਗ੍ਰਾਫ ਇੱਦਾਂ ਦਾ ਜੋਗ੍ਰਾਫਿਕਲ ਗ੍ਰਾਫ ਇੱਦਾਂ ਕਿ UP 'ਚ, ਫਿਰ MP ਦੇ ਵਿੱਚ, ਫਿਰ ਰਾਜਸਥਾਨ ਦੇ ਵਿੱਚ ਥੋੜ੍ਹਾ ਏਰੀਆ, ਫਿਰ UP ਦੇ ਵਿੱਚ, ਫਿਰ UP ਤੋਂ ਹੁੰਦੇ ਹੋਏ ਦਿੱਲੀ 'ਚ ਪਹੁੰਚੇ, ਦਿੱਲੀ ਤੋਂ ਫਿਰ ਹਰਿਆਣਾ ਵਿੱਚ, ਹਰਿਆਣੇ ਤੋਂ ਚੰਡੀਗੜ੍ਹ ਤੋਂ ਫਿਰ ਪੰਜਾਬ ਤੋਂ ਘਰ। ਇਹ ਸਰ ਟੋਟਲ ਕਿੰਨਾ ਫਾਸਲਾ ਜਿਹੜਾ ਤੈਅ ਕੀਤਾ? 3200 ਕਿਲੋਮੀਟਰ ਹੈ। 2500 ਕਿਲੋਮੀਟਰ 3200 ਕਿਲੋਮੀਟਰ ਜਿਹੜਾ ਤੈਅ ਕੀਤਾ। ਹਾਂਜੀ। ਤੇ ਕਿੰਨੇ ਦਿਨ ਲੱਗੇ ਤੁਹਾਨੂੰ ਇੱਥੇ ਤੱਕ? ਇਹ 17 ਦਿਨ ਲੱਗੇ। ਸਰ ਤੁਸੀਂ ਇਸ ਸਾਈਕਲ ਯਾਤਰਾ ਨੂੰ, ਬੇਸ਼ੱਕ ਤੁਸੀਂ ਇਹ ਡਿਪਾਰਟਮੈਂਟ ਤੋਂ ਰਹਿੰਦੇ ਆ, ਕੋਈ ਖਾਸ ਜਿਹੜੀ ਗੱਲ ਜਿਹੜੀ ਇਸ ਯਾਤਰਾ ਦੇ ਦੌਰਾਨ, ਇਸ ਆਉਣ ਦੇ ਦੌਰਾਨ, ਆਮਦ ਦੇ ਦੌਰਾਨ ਤ੍ਰਿਵੇਂਦਰਮ ਤੋਂ ਪੰਜਾਬ ਤੱਕ ਕੋਈ ਖਾਸ ਘਟਨਾ ਜਿਹੜੀ ਤੁਹਾਡੇ ਜ਼ਿਹਨ ਦੇ ਵਿੱਚ ਹੋਵੇ, ਜਿਹੜੀ ਤੁਸੀਂ ਤਾਂ ਮੈਨੂੰ ਇੱਕ ਜਗ੍ਹਾ ਦੱਸੀ ਗਈ ਅਮਰਵਾੜਾ, ਤੇ ਜੋ ਵੀ ਲੋਕ ਮਿਲਦੇ ਸੀ ਉਹ ਕਹਿੰਦੇ ਸੀਗੇ ਕਿ ਉਸ ਜਗ੍ਹਾ ਤੋਂ ਦਿਨੇ ਨਿਕਲ ਜਾਓ, ਮਤਲਬ ਕਿ ਉਹਦੇ ਵਿੱਚ ਲੇਟ ਨਹੀਂ ਹੋਣਾ, ਸ਼ਾਮ ਨੂੰ ਨਹੀਂ ਉੱਥੋਂ ਦੀ ਗੁਜ਼ਰਨਾ, ਕਿਉਂਕਿ ਉਹ ਜੰਗਲੀ ਏਰੀਆ ਆ, ਪਲੱਸ ਉਹ ਕਾਫੀ ਲੁੱਟ ਖੋਹਾਂ ਵਾਲਾ ਏਰੀਆ ਮੰਨਿਆ ਜਾਂਦਾ। ਤੇ ਉਸ ਏਰੀਏ ਨੂੰ ਕ੍ਰਾਸ ਕਰਨੇ ਦੇ ਲਈ ਮੈਨੂੰ ਵੀ ਹਿੰਮਤ ਦਿਖਾਣੀ ਸੀਗੀ, ਔਰ ਕਿਉਂਕਿ ਮੈਂ ਇਕੱਲਾ ਸੀਗਾ ਔਰ ਉਸ ਤੋਂ ਪਹਿਲਾਂ ਜੰਗਲ ਪੈਂਦੇ ਆ, ਮੈਂ ਆਪਣੇ ਵੱਲੋਂ ਮਾਨਸਿਕ ਤੌਰ 'ਤੇ ਤਿਆਰ ਹੋਇਆ ਔਰ ਮੈਂ ਸਾਈਕਲ ਵੀ ਤੇਜ਼ ਚਲਾਉਣ ਦੀ ਕੋਸ਼ਿਸ਼ ਕਰਦਾ ਰਿਹਾ। ਜਦੋਂ ਮੈਂ ਅਮਰਵਾੜਾ ਪਹੁੰਚਿਆ, ਉੱਥੇ ਮੈਨੂੰ ਕੁਛ ਨੌਜਵਾਨਾਂ ਨੇ ਰੋਕਿਆ, ਸੜਕ ਦੇ ਦੂਸਰੀ ਸਾਈਡ ਸੀ ਖੜੇ। ਜਦੋਂ ਉਹਨਾਂ ਨੇ ਰੋਕਿਆ, ਮੈਂ ਰੁਕ ਗਿਆ ਕਿਉਂਕਿ ਮੈਂ ਸਾਈਕਲ 'ਤੇ ਸੀਗੇ, ਓਬਵੀਅਸਲੀ ਉਹ ਬਾਈਕ ਵਗੈਰਾ 'ਤੇ ਸੀਗੇ, ਤਾਂ ਮੈਂ ਭੱਜਣ ਦੀ ਕੋਸ਼ਿਸ਼ ਵੀ ਨਹੀਂ ਕਰ ਸਕਦਾ ਸੀ, ਔਰ ਨਾ ਮੇਰੇ ਮਨ ਦੇ ਵਿੱਚ ਕੁਛ ਇੱਦਾਂ ਦਾ ਸੀਗਾ ਕਿ ਮੈਂ ਕਿਸੇ ਤੋਂ ਭੱਜਾਂ। ਤੇ ਉਹਨਾਂ ਨੇ ਮੈਨੂੰ ਬੁਲਾਇਆ ਕਿ ਤੂੰ ਇਸ ਸਾਈਡ ਆ ਜਾ, ਤਾਂ ਮੈਂ ਉਸ ਸਾਈਡ ਨਹੀਂ ਗਿਆ, ਮੈਂ ਕਿਹਾ ਤੁਸੀਂ ਇਸ ਸਾਈਡ ਆ ਜਾਓ। ਫਿਰ ਉਹ ਇਸ ਸਾਈਡ ਆਏ, ਉਹ ਮੈਨੂੰ ਨੁਕਸਾਨ ਪਹੁੰਚਾਉਣ ਨਹੀਂ ਸੀ ਆਏ, ਉਹ ਮੈਨੂੰ ਪਾਣੀ ਦੇਣ ਆਏ ਸੀ, ਉਹਨਾਂ ਨੇ ਚਿਪਸ ਵਗੈਰਾ ਦਿੱਤੇ ਸੀਗੇ, ਤੇ ਉਸ ਚੀਜ਼ ਨੇ ਮੈਨੂੰ ਬੜਾ ਹੀ ਉਤਸ਼ਾਹਿਤ ਕੀਤਾ ਔਰ ਮੇਰੀ ਬਿਲਕੁਲ ਸੋਚ ਬਦਲ ਦਿੱਤੀ। ਔਰ ਉਸ ਤੋਂ ਮੈਂ ਅੱਗੇ ਜਦੋਂ ਜੰਗਲ ਕ੍ਰਾਸ ਕਰ ਰਿਹਾ ਸੀਗਾ, ਕਿਉਂਕਿ ਮੈਨੂੰ ਸ਼ਾਮ ਹੋ ਗਈ ਸੀਗੀ, 2 ਨੌਜਵਾਨ ਮੇਰੇ ਨਾਲ ਬਾਈਕ 'ਤੇ ਚੱਲਣ ਲੱਗ ਪਏ ਔਰ ਮੇਰੇ ਪਿੱਛੇ ਚੱਲਦੇ ਰਹੇ। ਜਦੋਂ ਅੱਗੇ ਆ ਕੇ ਟੋਲ ਪਲਾਜ਼ੇ ਕੋਲ ਮੈਂ ਪਹੁੰਚਿਆ, ਉਸ ਵੇਲੇ ਆ ਕੇ ਉਹਨਾਂ ਨੇ ਮੈਨੂੰ ਕਿਹਾ ਕਿ ਹੁਣ ਤੁਸੀਂ ਇਸ ਸੇਫ ਏਰੀਆ 'ਚ ਪਹੁੰਚ ਗਏ ਆ, ਅਸੀਂ ਤੇਰੀ ਸਮਝ ਗਏ ਸੀਗੇ ਕਿ ਤੂੰ ਬਾਹਰਲਾ ਬੰਦਾ ਆ, ਤੇਰੀ ਸੇਫਟੀ ਲਈ ਨਾਲ ਚੱਲ ਰਹੇ ਸੀਗੇ। ਤਾਂ ਮੇਰੇ ਕਹਿਣ ਦਾ ਮਤਲਬ ਕਿ ਸਾਡੀਆਂ ਧਾਰਨਾਵਾਂ ਅਲੱਗ-ਅਲੱਗ ਹੁੰਦੀਆਂ, ਜਦ ਕਿ ਲੋਕ ਅੱਛੇ ਹੁੰਦੇ ਆ, ਲੋਕ ਹੈਲਪਫੁਲ ਹੁੰਦੇ ਆ। ਜਬਰਜੰਗ ਸਿੰਘ ਜੀ, ਕੋਈ ਹੋਰ ਖਾਸ ਗੱਲ ਜਿਹੜੀ ਮੈਂ ਕਿਸੇ ਗੱਲੋਂ ਭੁੱਲ ਗਿਆ, ਕਿਉਂਕਿ ਮੈਂ ਤੁਹਾਡੇ ਰੂਟ ਬਾਰੇ ਬਹੁਤੀ ਜਾਣ, ਕੋਈ ਅਹਿਮ ਜਿਹੜੀ ਗੱਲ ਕੋਈ ਕਰਨੀ ਚਾਹੁੰਦੇ ਹੋ ਸਾਡੇ ਸਮਾਜ ਬਾਰੇ, ਸਾਡੇ ਦੇਸ਼ ਬਾਰੇ, ਕਿਉਂਕਿ ਤੁਸੀਂ 에ਅਰਫੋਰਸ ਦੇ ਵਿੱਚੋਂ ਔਰ ਇੰਨੀਆਂ ਸਟੇਟਾਂ ਨੂੰ ਘੁੰਮ ਕੇ ਆਏ ਹੋ ਤੇ ਆਉਣ ਵਾਲੇ ਸਮੇਂ 'ਚ ਵੱਖ-ਵੱਖ ਲੋਕਾਂ ਨੂੰ ਵੀ ਮਿਲਦੇ ਹੋ, ਕੋਈ ਹੋਰ ਜਿਹੜੀ ਗੱਲ ਕੋਈ ਕਹਿਣੀ ਚਾਹੋ ਸਾਡੇ ਲੋਕਾਂ ਨੂੰ ਜਿਹੜੇ ਸਾਡੇ ਚੈਨਲ ਦੇ ਮਾਧਿਅਮ ਰਾਹੀਂ? ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਮੈਂ ਇੱਕੋ ਹੀ ਗੱਲ ਕਹਿਣਾ ਚਾਹੁੰਦਾ ਕਿ ਜਿਹੜਾ ਮੈਂ ਸ਼ੁਰੂ 'ਚ ਕਹਿ ਦਿੱਤਾ ਕਿ ਸਾਡਾ ਭਾਰਤ ਇੱਕ ਵਾ, ਇਹਨੂੰ ਵੰਡੋ ਨਾ ਕਿ ਅਸੀਂ ਪੰਜਾਬੀ ਹਾਂ, ਅਸੀਂ ਮਰਾਠੀ ਹਾਂ, ਜਾਂ MP ਦੇ UP ਦੇ ਹਾਂ, ਜੋ ਕਿ ਅੱਜ ਕੱਲ੍ਹ ਬਹੁਤ ਜ਼ਿਆਦਾ ਟਰੈਂਡ ਚੱਲ ਰਿਹਾ ਆ। ਮੇਨਲੀ ਮੈਂ ਉਸੇ ਤਰੀਕੇ ਨਾਲ ਆਇਆ ਸੀਗਾ ਤਾਂ ਲੋਕਾਂ ਨੇ ਬਹੁਤ ਪਿਆਰ ਦਿੱਤਾ, ਇੱਦਾਂ ਦਾ ਕੋਈ ਭੇਦਭਾਵ ਨਹੀਂ ਕੀਤਾ ਹੈਗਾ। ਇਹ ਫੇਕ ਨਿਊਜ਼ ਦੇ ਪਿੱਛੇ ਨਾ ਚੱਲੋ। ਔਰ ਦੂਸਰਾ, ਸਾਈਕਲ ਨੂੰ ਪ੍ਰਮੋਟ ਮੈਂ ਜ਼ਰੂਰ ਕਰੂੰਗਾ। ਸਾਡੇ ਫਾਦਰ ਸਾਹਿਬ, ਉਹਨਾਂ ਦੇ ਫਾਦਰ ਸਾਹਿਬ ਸਾਰੇ ਸਾਈਕਲਾਂ 'ਤੇ ਚੱਲਦੇ ਆਏ ਆ। ਸਾਈਕਲ ਨਾਲ ਕੋਈ ਸਾਡੀ ਸ਼ਾਨ 'ਚ ਨਹੀਂ ਫਰਕ ਪੈ ਰਿਹਾ ਹੈਗਾ। ਸਾਈਕਲ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਓ, ਤੰਦਰੁਸਤ ਰਹੋਗੇ ਔਰ ਬਹੁਤ ਹੀ ਵਧੀਆ ਆ ਅੱਗੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਸੁਰੱਖਿਅਤ ਔਰ ਤੰਦਰੁਸਤ ਰੱਖਣ ਦੇ ਲਈ। ਬਹੁਤ ਧੰਨਵਾਦ ਜਬਰਜੰਗ ਸਿੰਘ ਜੀ। ਦੋਸਤੋ, ਇਹ ਸਨ ਜਬਰਜੰਗ ਸਿੰਘ ਜੀ, ਸਾਰਜੈਂਟ ਜਿਹੜੇ 에ਅਰਫੋਰਸ ਦੇ ਵਿੱਚ ਤਾਇਨਾਤ ਨੇ ਤ੍ਰਿਵੇਂਦਰਮ ਵਿਖੇ, ਜਿਨ੍ਹਾਂ ਨੇ ਪਿਛਲੇ ਸਮੇਂ ਦੇ ਦੌਰਾਨ ਜਿਹੜੀ ਆ 3200 ਕਿਲੋਮੀਟਰ ਸਾਈਕਲ ਤੇ ਦੂਰੀ ਕੀਤੀ। ਦੂਰੀ ਵੀ ਉਸ ਸਮੇਂ ਤੈਅ ਕੀਤੀ ਜਦੋਂ ਇਹਨਾਂ ਨੂੰ ਡਿਪਾਰਟਮੈਂਟ ਵੱਲੋਂ ਛੁੱਟੀ ਦਿੱਤੀ ਗਈ ਕਿ ਤੁਸੀਂ ਆਪਣੇ ਘਰ ਪਰਿਵਾਰ ਦੇ ਵਿੱਚ ਜਾਓ। ਉਸ ਛੁੱਟੀ ਨੂੰ ਇਹਨਾਂ ਨੇ ਕੈਸ਼ ਕਰਨ ਦੀ ਬਜਾਏ ਇਹ ਸੋਚਿਆ ਕਿ ਜਿਹੜੇ ਉਹਨਾਂ ਦੇ ਬਜ਼ੁਰਗਾਂ ਦੀ ਸਾਈਕਲ ਤੇ ਸੀ, ਤੰਦਰੁਸਤੀ, ਨਿਰੋਗ ਪੂਰੇ ਸਮਾਜ ਦੇ ਵਿੱਚ ਸੰਦੇਸ਼ ਦੇਣ ਲਈ ਇਹਨਾਂ ਨੇ ਸਾਈਕਲ ਤੇ ਯਾਤਰਾ ਤੈਅ ਕੀਤੀ ਤੇ ਵੱਖ-ਵੱਖ ਸਟੇਟਾਂ, ਜਿਵੇਂ ਉਹਨਾਂ ਨੇ ਦੱਸਿਆ ਵੀ ਭਾਰਤ ਦੀਆਂ ਕਿੰਨੀਆਂ ਸਟੇਟਾਂ ਵਿੱਚੋਂ ਹੁੰਦੇ ਹੋਏ ਉਹ ਆਪਣੇ ਘਰ ਪਹੁੰਚੇ। ਵਿੱਚ ਇੱਕ ਬਹੁਤ ਵੱਡੀ ਇਹਨਾਂ ਨੇ ਗੱਲ ਦੱਸੀ ਹੈ ਵੀ ਜਿਵੇਂ ਸਮਾਜ ਦੇ ਵਿੱਚ ਇੱਕ ਵੱਖ-ਵੱਖ ਸੁਨੇਹਾ ਆਉਂਦਾ ਆ ਵੀ ਵੱਖਰੀਆਂ ਸਟੇਟਾਂ ਦੇ ਵਿੱਚ ਬਹੁਤ ਭਿੰਨ ਭੇਖ ਆ, ਬਹੁਤ ਡਰ ਭੈ ਬਣਿਆ ਆ, ਬਹੁਤ ਕ੍ਰਾਈਮ ਆ, ਪਰ ਇਹਨਾਂ ਨੇ ਪ੍ਰਤੱਖ ਰੂਪ ਦੇ ਵਿੱਚ ਦੇਖਿਆ, ਆਪ ਉੱਥੋਂ ਸਾਈਕਲ ਤੇ ਵਿਚਰਦੇ ਆਏ ਆ। ਇਹਨਾਂ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਦੱਸਿਆ ਵੀ ਕਿਸੇ ਵੀ ਸਟੇਟ ਦੇ ਵਿੱਚ ਕੋਈ ਵੀ ਕਿਸੇ ਤਰ੍ਹਾਂ ਦਾ ਕ੍ਰਾਈਮ ਨਹੀਂ ਹੈ, ਬਸ਼ਰਤੇ ਕਿ ਤੁਸੀਂ ਆਪਣੀ ਜਗ੍ਹਾ ਸਹੀ ਹੋ, ਆਪਣਾ ਸਹੀ ਕੰਮ ਕਰਦੇ ਹੋ, ਤਾਂ ਕੋਈ ਵੀ ਤੁਹਾਨੂੰ ਨੁਕਸਾਨ ਨਹੀਂ ਪਹੁੰਚਾਉਂਦਾ, ਤੁਹਾਡੇ ਨਾਲ ਪਿਆਰ ਭਾਵ ਦੇ ਨਾਲ ਰਹਿੰਦੇ ਆ ਤੇ ਜਿੱਥੇ ਕਿਤੇ ਹੈਲਪ ਦੀ ਲੋੜ ਆ ਤੁਹਾਡੀ ਹੈਲਪ ਵੀ ਕਰਦੇ ਆ। ਜਿਵੇਂ ਇਹਨਾਂ ਨੇ ਦੱਸਿਆ ਵੀ ਜੰਗਲ ਦੇ ਰਾਹ ਦੇ ਵਿੱਚੋਂ ਸਾਈਕਲ ਤੇ ਲੰਘਣਾ, 2 ਬਾਈਕ ਸਵਾਰਾਂ ਨੇ ਇਹਨਾਂ ਨੂੰ ਰਸਤਾ ਕ੍ਰਾਸ ਕਰਾਇਆ। ਦੋਸਤੋ, ਅੱਜ ਅਸੀਂ 에ਅਰਫੋਰਸ ਦੇ ਸਾਰਜੈਂਟ ਜਬਰਜੰਗ ਸਿੰਘ ਉਹਨਾਂ ਦੇ ਨਾਲ ਗੱਲਬਾਤ ਕੀਤੀ। ਉਹਨਾਂ ਨੇ ਜਿਹੜਾ ਤ੍ਰਿਵੇਂਦਰਮ ਦੇ ਵਿੱਚ ਤਾਇਨਾਤ ਨੇ ਤੇ
ਆਪਣੀ ਜਿਹੜੀ ਸਰਕਾਰੀ ਛੁੱਟੀ ਉਹਨਾਂ ਨੂੰ ਜਿਹੜੀ ਮਹੀਨੇ ਦੀ ਮਿਲਦੀ ਆ ਉਹ ਉਹਨਾਂ ਨੇ ਸਾਈਕਲ ਤੇ ਤਰਵਿੰਦਰਮ ਤੋਂ ਪੰਜਾਬ ਤੱਕ ਆਪਣੇ ਘਰ ਤੱਕ ਆਏ। ਇਸ ਯਾਤਰਾ ਦੇ ਦੌਰਾਨ ਭਾਰਤ ਦੀਆਂ ਵੱਖ-ਵੱਖ ਸਟੇਟਾਂ ਦੇ ਵਿੱਚੋਂ ਹੁੰਦੇ ਹੋਏ ਇੱਥੇ ਪਹੁੰਚੇ ਤੇ ਉਹਨਾਂ ਦਾ ਕੀ ਤਜਰਬਾ ਰਿਹਾ, ਕੀ ਗੱਲਬਾਤ ਉਹਨਾਂ ਨੇ ਦੇਖੀ ਵੱਖ-ਵੱਖ ਸਟੇਟਾਂ ਦੇ ਲੋਕਾਂ ਦੇ ਨਾਲ, ਉਹਨਾਂ ਨੇ ਸਾਡੇ ਨਾਲ ਸਾਂਝੀ ਕੀਤੀ। ਅਸੀਂ ਆਪਣੇ 7C ਨਿਊਜ਼ ਦੇ ਰਾਹੀਂ ਆਪਣੇ ਦਰਸ਼ਕਾਂ ਦੇ ਨਾਲ ਸਾਂਝੀ ਕਰਨ ਦੀ ਕੋਸ਼ਿਸ਼ ਕਰਾਂਗੇ। ਹੁਸ਼ਿਆਰਪੁਰ ਤੋਂ 7C ਨਿਊਜ਼ ਲਈ ਦਲਜੀਤ ਅਜਨੋਕਾ।